बाबा दीप सिंह जी। जाओ तो प्रेम खेलन का चाओ, सिर धर तली गली मोरी आओ। इत मार्ग पैर धरीजै, सिर दीजै कान ना कीजै। गुरमुख प्यारे महापुरुषों की आशीर्वाद नाल बाबा दीप सिंह जी का जन्म 14 माघ 1739 विक्रमी ਨੂੰ ਭਾਈ ਭਗਤਾ ਸੰਧੂ ਜੱਟ ਅਤੇ ਮਾਤਾ ਜੀਵਣੀ ਜੀ ਦੇ ਗ੍ਰਹਿ ਵਿਖੇ ਪਹੂਵਿੰਡ ਨਗਰ ਜੋ ਭਿੱਖੀਵਿੰਡ ਦੇ ਨੇੜੇ ਪੱਟੀ ਤਹਿਸੀਲ ਜ਼ਿਲ੍ਹਾ ਲਾਹੌਰ ਵਿਖੇ ਸੀ, ਉੱਥੇ ਹੋਇਆ। ਬਾਬਾ ਜੀ ਦੇ ਪਿਤਾ ਜੀ ਇੱਕ ਸਰਦੇ ਪੁੱਜਦੇ ਜ਼ਿਮੀਂਦਾਰ ਸਨ। ਆਪ ਜੀ ਦੀ ਪਾਲਣਾ ਪੋਸ਼ਣਾ ਬੜੇ ਚਾਵਾਂ ਮਲਹਾਰਾਂ ਵਿੱਚ ਹੋਈ, ਪਰ ਜਵਾਨੀ ਵਿੱਚ ਆਪ ਜੀ ਵੀ ਜ਼ਿਮੀਂਦਾਰੀ ਦੀ ਕਾਰ ਕਰਨ ਲੱਗੇ। ਕਲਗੀਧਰ ਪਾਤਸ਼ਾਹ ਜੀ ਨੇ ਸਾਹਸਹੀਣ ਅਤੇ ਕਮਜ਼ੋਰ ਲੋਕਾਂ ਵਿੱਚ ਅੰਮ੍ਰਿਤ ਦੀ ਦਾਤ ਬਖਸ਼ ਕੇ ਫਰਮਾਇਆ ਸੀ ਕਿ ਚਿੜੀਓਂ ਸੇ ਮੈਂ ਬਾਜ ਤੜਾਊਂ, 1.25 ਲੱਖ ਸੇ ਏਕ ਲੜਾਊਂ, ਤਵੈ ਗੋਬਿੰਦ ਸਿੰਘ ਨਾਮ ਕਹਾਊਂ। 1699 ਈਸਵੀ ਦੀ ਪਾਵਨ ਵਿਸਾਖੀ ਦੇ ਮਹਾਨ ਪੁਰਬ ਸਮੇਂ ਖਾਲਸਾ ਪੰਥ ਦੀ ਸਾਜਨਾ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ ਆਪ ਗੁਰਦੇਵ ਜੀ ਨੇ ਉਹਨਾਂ ਤੋਂ ਅੰਮ੍ਰਿਤ ਛਕ ਕੇ ਕੀਤੀ। ਥੋੜੇ ਦਿਨਾਂ ਵਿੱਚ ਹਜ਼ਾਰਾਂ ਸਿੰਘਾਂ ਨੇ ਅੰਮ੍ਰਿਤ ਛਕਿਆ। ਪੰਥ ਖਾਲਸਾ ਦੀ ਜਥੇਬੰਦੀ ਬਣੀ, ਜਿਸ ਵਿੱਚ ਹਰ ਇੱਕ ਅੰਮ੍ਰਿਤਧਾਰੀ ਸਿੰਘ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਾਤੀ ਸਪੁੱਤਰ ਬਣ ਕੇ ਜਾਤ ਪਾਤ, ਊਚ ਨੀਚ, ਭੈ ਭਰਮ, ਵਿਤਕਰਿਆਂ ਤੋਂ ਉੱਪਰ ਉੱਠ ਕੇ ਅਕਾਲ ਪੁਰਖ ਜੀ ਦੀ ਅਕਾਲੀ ਫੌਜ ਦੇ ਬਹਾਦਰ ਸੰਤ ਸਿਪਾਹੀ ਬਣੇ। ਬਾਬਾ ਦੀਪ ਸਿੰਘ ਜੀ ਦੀ ਆਯੂ 19 ਕੁ ਸਾਲ ਦੀ ਸੀ। ਮੁੱਛ ਫੁੱਟ ਇੱਕ ਤਕੜਾ ਜਵਾਨ ਗੱਭਰੂ। ਉਹ ਬਚਪਨ ਤੋਂ ਹੀ ਮਾਤਾ ਪਿਤਾ ਜੀ ਪਾਸੋਂ ਗੁਰੂ ਘਰ ਦੀਆਂ ਅਨੇਕਾਂ ਸਾਖੀਆਂ ਸੁਣ ਕੇ ਇੱਕ ਅਟੁੱਟ ਸ਼ਰਧਾ ਰੱਖਣ ਵਾਲੇ, ਗੁਰਬਾਣੀ ਨਾਲ ਜੁੜੇ ਹੋਏ, ਸ਼ੁੱਧ ਮਨ ਵਾਲੇ ਸਾਊ ਨੌਜਵਾਨ ਸਨ। ਉਹਨਾਂ ਅੰਦਰ ਵੀ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਸਿੱਖ ਪੈਦਾ ਹੋਈ। ਮਾਤਾ ਪਿਤਾ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੂੰ ਲਾਡ ਨਾਲ ਮਾਪੇ ਦੀਪਾ ਸੱਦਦੇ ਸਨ, ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹੋਏ। ਅੰਮ੍ਰਿਤ ਛਕ ਕੇ ਭਾਈ ਜਗਤ ਸਿੰਘ ਤੇ ਮਾਤਾ ਜੀਵਨ ਕੌਰ ਅਤੇ ਦੀਪ ਸਿੰਘ ਬਣ ਗਏ। ਸੁਡੌਲ, ਸੁੰਦਰ, ਫੁਰਤੀਲੇ ਭਾਈ ਦੀਪ ਸਿੰਘ ਜੀ ਗੁਰੂ ਘਰ ਵਿੱਚ ਲੰਗਰ ਆਦਿਕ ਦੀ ਸੇਵਾ ਬੜੇ ਪਿਆਰ ਨਾਲ ਕਰਨ ਲੱਗੇ। ਮਾਤਾ ਪਿਤਾ ਤਾਂ ਕੁਝ ਸਮੇਂ ਪਿੱਛੋਂ ਵਾਪਸ ਨਗਰ ਆ ਗਏ, ਪਰ ਬਾਬਾ ਦੀਪ ਸਿੰਘ ਜੀ ਗੁਰਦੇਵ ਪਾਤਸ਼ਾਹ ਜੀ ਪਾਸ ਹੀ ਰਹੇ। ਇੱਥੇ ਰਹਿੰਦਿਆਂ ਹੋਇਆਂ ਹੀ ਬਾਬਾ ਦੀਪ ਸਿੰਘ ਜੀ ਨੇ ਸੇਵਾ ਸਿਮਰਨ ਕਰਦਿਆਂ ਅਰਬੀ, ਫਾਰਸੀ, ਸੰਸਕ੍ਰਿਤ ਤੇ ਗੁਰਮੁਖੀ ਦੀ ਚੋਖੀ ਵਿੱਦਿਆ ਗ੍ਰਹਿਣ ਕੀਤੀ। ਸ਼ਾਸਤਰ ਵਿੱਦਿਆ ਵੀ ਸਿੱਖੀ, ਜਿਸ ਵਿੱਚ ਅਤ ਦੇ ਨਿਪੁੰਨ ਹੋ ਗਏ। ਆਪ ਜੀ ਨਿਰਭੈ ਯੋਧੇ ਅਤੇ ਉੱਚੇ ਆਚਰਣ ਵਾਲੇ ਪੂਰਨ ਗੁਰਮੁਖ ਬਣ ਗਏ। ਅਨੰਦਪੁਰ ਸਾਹਿਬ ਦੇ ਵੱਖ-ਵੱਖ ਯੁੱਧਾਂ ਵਿੱਚ ਆਪ ਜੀ ਨੇ ਬੜੀ ਬਹਾਦਰੀ ਨਾਲ ਮੁਗਲਾਂ ਦਾ ਟਾਕਰਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਉਸ ਵੇਲੇ ਆਪ ਨੂੰ ਵੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਭਾਈ ਮਨੀ ਸਿੰਘ ਜੀ, ਭਾਈ ਧੰਨਾ ਸਿੰਘ ਜੀ ਤੇ ਜਵਾਹਰ ਸਿੰਘ ਮੁਖੀ ਬਣਾ ਕੇ ਦਿੱਲੀ ਵੱਲ ਭੇਜਿਆ। ਕੁਝ ਸਮਾਂ ਬਾਬਾ ਦੀਪ ਸਿੰਘ ਜੀ ਵੀ ਦਿੱਲੀ ਰਹੇ ਅਤੇ ਉਸ ਤੋਂ ਬਾਅਦ ਆਪਣੇ ਪਿੰਡ ਪਹੂਵਿੰਡ ਆ ਗਏ। ਕਲਗੀਧਰ ਪਾਤਸ਼ਾਹ ਜੀ ਸਰਸਾ ਯੁੱਧ, ਚਮਕੌਰ ਯੁੱਧ, ਮਾਚੀਵਾੜੇ ਹੁੰਦਿਆਂ, ਮੁਕਤਸਰ ਦਾ ਯੁੱਧ ਕਰਕੇ ਲੱਖੀ ਜੰਗਲ ਹੁੰਦਿਆਂ ਪਿੰਡ ਤਲਵੰਡੀ ਸਾਬੋ, ਜਿਸ ਨੂੰ ਅੱਜ ਕੱਲ੍ਹ ਅਸੀਂ ਦਮਦਮਾ ਸਾਹਿਬ ਆ ਕੇ ਸਤਿਕਾਰਦੇ ਹਾਂ, ਉੱਥੇ ਪੁੱਜ ਗਏ। ਜੰਗਾਂ ਯੁੱਧਾਂ ਪਿੱਛੋਂ ਸਤਿਗੁਰੂ ਜੀ ਨੇ ਟਿਕ ਕੇ ਦੀਵਾਨ ਸਜਾਉਣਾ ਸ਼ੁਰੂ ਕੀਤਾ। ਹਜ਼ਾਰਾਂ ਸਿੰਘ ਮੁੜ ਇਕੱਤਰ ਹੋਏ। ਇੱਥੇ ਹੀ ਸਤਿਗੁਰੂ ਜੀ ਨੇ ਸਿੰਘਾਂ ਨੂੰ ਧੀਰਮਲ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਆਉਣ ਲਈ ਕਰਤਾਰਪੁਰ ਭੇਜਿਆ। ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਸਿੰਘ ਖਾਲੀ ਹੱਥੀਂ ਵਾਪਸ ਦਮਦਮੇ ਸਾਹਿਬ ਆਏ ਤੇ ਸਤਿਗੁਰੂ ਜੀ ਨੂੰ ਸਾਰਾ ਹਾਲ ਸੁਣਾਉਣਾ ਕੀਤਾ ਕਿ ਉਸ ਨੇ ਆਖਿਆ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੀ ਗੱਦੀ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਗੱਦੀ ਦਾ ਵਾਰਸ ਕਹਾਉਂਦਾ ਹੈ ਤੇ ਆਪਣੇ ਮੂੰਹੋਂ ਬਾਣੀ ਕਿਉਂ ਨਹੀਂ ਉਚਾਰ ਲੈਂਦਾ। ਸਤਿਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਵੀ ਪਹੂ ਪਿੰਡ ਤੋਂ ਸੱਦਾ ਭੇਜ ਕੇ ਮੰਗਵਾਇਆ। ਇੱਥੇ ਨਵੇਕਲੀ ਥਾਂ ਤੇ ਤੰਬੂ ਲਾਇਆ ਗਿਆ। ਸਤਿਗੁਰੂ ਜੀ ਨੇ ਆਪ ਆਦਿ ਤੋਂ ਲੈ ਕੇ ਅੰਤ ਤੱਕ ਪਹਿਲੀ ਪਾਵਨ ਬੀੜ ਦੀ ਬਾਣੀ ਦਾ ਹੂ-ਬ-ਹੂ ਉਚਾਰਨ ਕੀਤਾ ਤੇ ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰੀ ਜਾ ਰਹੀ ਬਾਣੀ ਨੂੰ ਲਿਖਦੇ ਰਹੇ। ਬਾਬਾ ਦੀਪ ਸਿੰਘ ਜੀ ਨੇ ਵੀ ਇਸ ਕਾਰਜ ਵਿੱਚ ਮਦਦ ਕੀਤੀ। ਇਵੇਂ 9 ਮਹੀਨੇ 9 ਦਿਨ 9 ਘੜੀਆਂ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਸਨਾ ਤੋਂ ਗੁਰਬਾਣੀ ਉਚਾਰ ਕੇ ਤਿਆਰ ਕਰਵਾਈ। ਖਾਲੀ ਥਾਵਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਵੀ ਦਰਜ ਕੀਤੀ ਗਈ। ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਸਥਾਪਨ ਕਰਕੇ ਅਖੰਡ ਪਾਠ ਕਰਵਾਇਆ ਗਿਆ। ਇਸ ਪਾਵਨ ਬੀੜ ਦਾ ਨਾਮ ਹੀ ਦਮਦਮੀ ਬੀੜ ਪ੍ਰਚਲਿਤ ਹੋਇਆ। ਇਸ ਅਸਥਾਨ ਜਿੱਥੇ ਇਹ ਪਾਵਨ ਕਾਰਜ ਹੋਇਆ ਉਸ ਦਾ ਨਾਮ ਲਿਖਣਸਰ ਹੈ। ਗੁਰੂ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਦਮਦਮੇ ਸਾਹਿਬ ਰਹਿ ਕੇ ਗੁਰਮਤਿ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਭਾਵਾਂ ਨੂੰ ਗੁਰਸਿੱਖਾਂ ਨੂੰ ਸਿਖਾਉਣ ਦੀ ਵਿੱਦਿਆ ਪ੍ਰਣਾਲੀ ਚਲਾਉਣਾ ਕੀਤੀ ਅਤੇ ਇੱਥੋਂ ਹੀ ਦਮਦਮੀ ਟਕਸਾਲ ਦੇ ਨਾਂ ਦੀ ਸੰਸਥਾ ਪ੍ਰਫੁੱਲਿਤ ਹੋਈ। ਇਸ ਵੇਲੇ ਇਸ ਟਕਸਾਲ ਦੀਆਂ 3 ਸ਼ਾਖਾਵਾਂ ਹਨ। ਭਿੰਡਰਾਂਵਾਲੀ ਟਕਸਾਲ ਮਹਿਤਾ ਚੌਕ ਅੰਮ੍ਰਿਤਸਰ, ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ
ਜੋ ਸੰਤ ਗਿਆਨੀ ਅਮੀਰ ਸਿੰਘ ਜੀ ਗਲੀ ਸੱਤੋਵਾਲੀ ਕਰਕੇ ਮਸ਼ਹੂਰ ਹੈ। ਬਾਬਾ ਦੀਪ ਸਿੰਘ ਜੀ ਨੇ ਦਮਦਮੀ ਬੀੜ ਤੋਂ ਉਤਾਰੇ ਕਰਕੇ 4 ਬੀੜਾਂ ਆਪਣੇ ਹੱਥੀਂ ਲਿਖ ਕੇ ਗੁਰੂ ਪੰਥ ਨੂੰ ਸੌਂਪੀਆਂ। ਇੱਕ ਪਾਵਨ ਬੀੜ ਸ੍ਰੀ ਅਕਾਲ ਤਖਤ ਸਾਹਿਬ, ਜਿਸ ਦੀ ਜੇਲ੍ਹ ਤੇ 2 ਸੇਰ ਸੋਨਾ ਲੱਗਾ ਹੋਇਆ ਦੱਸਿਆ ਜਾਂਦਾ ਹੈ। ਦੂਜੀ ਬੀੜ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ, ਤੀਜੀ ਤਖਤ ਸ੍ਰੀ ਪਟਨਾ ਸਾਹਿਬ, ਚੌਥੀ ਬੀੜ ਅਬਚਲ ਨਗਰ ਨੰਦੇੜ ਦੱਖਣ ਹਜੂਰ ਵਿਖੇ ਸਥਾਪਨ ਹੈ। ਇੱਕ ਬੀੜ ਅਰਬ ਬੋਲੀ ਵਿੱਚ ਵੀ ਬਾਬਾ ਦੀਪ ਸਿੰਘ ਜੀ ਵੱਲੋਂ ਲਿਖੇ ਜਾਣ ਬਾਬਤ ਹਵਾਲੇ ਆਉਂਦੇ ਨੇ, ਜਿਹੜੀ ਕਿ ਅਰਬ ਦੇਸ਼ ਵਿੱਚ ਕਿਤੇ ਹੈ। ਸਾਡੀ ਕੌਮ ਦੀ ਬਦਕਿਸਮਤੀ ਕਿ ਅਸੀਂ ਆਪਣਾ ਇਹ ਕੀਮਤੀ ਸਰਮਾਇਆ ਨਹੀਂ ਸਾਂਭ ਸਕੇ। ਕਈ ਵਾਰੇ ਬਾਬਾ ਦੀਪ ਸਿੰਘ ਜੀ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਅਤੇ ਲੰਗਰ ਦੀ ਸੇਵਾ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵਿੱਦਿਆ ਪੜ੍ਹਾਉਣ ਦੀ ਵੀ ਸੇਵਾ ਕਰਦੇ ਰਹੇ। ਆਪ ਜੀ ਨੇ ਮਾਲਵੇ ਵਿੱਚ ਪਾਣੀ ਦੀ ਥੁੜ ਨੂੰ ਮੁੱਖ ਰੱਖਦਿਆਂ ਹੋਇਆਂ ਦਮਦਮਾ ਸਾਹਿਬ ਵਿਖੇ ਇੱਕ ਵੱਡਾ ਖੂਹ ਲਵਾਇਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਅਤੇ ਉਹਨਾਂ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ, ਤਦ ਬਾਬਾ ਦੀਪ ਸਿੰਘ ਜੀ 500 ਸਿੰਘਾਂ ਦਾ ਜੱਥਾ ਲੈ ਕੇ ਸਰਹੱਦ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਯੁੱਧ ਵਿੱਚ ਆਪ ਜੂਝੇ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪ ਜੀ ਨੂੰ ਬਹੁਤ ਮਾਣ ਸਤਿਕਾਰ ਦਿੱਤਾ। ਫਿਰ ਦੁਬਾਰਾ ਆਪ ਜੀ ਵਾਪਸ ਦਮਦਮਾ ਸਾਹਿਬ ਪੁੱਜ ਗਏ। ਜਦੋਂ ਤਤ ਖਾਲਸਾ ਅਤੇ ਬੰਦਈ ਖਾਲਸਾ ਬਣ ਕੇ ਪੰਥ ਵਿੱਚ ਫੁੱਟ ਪਈ, ਆਪ ਨੂੰ ਪਤਾ ਲੱਗਾ, ਤਦ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਬੜੀ ਸਿਆਣਪ ਨਾਲ ਹਰਕੀ ਪੌੜੀ ਦੇ ਸਾਹਮਣੇ ਸਰੋਵਰ ਵਿੱਚ 2 ਪਰਚੀਆਂ ਲਿਖ ਕੇ ਰੱਖ ਦਿੱਤੀਆਂ। ਬੰਦਈ ਖਾਲਸੇ ਵਾਲੀ ਚਿੱਠੀ ਡੁੱਬ ਗਈ, ਤਤ ਖਾਲਸੇ ਵਾਲੀ ਪਰਚੀ ਤਰ ਗਈ। ਬੰਦਈ ਖਾਲਸੇ ਨੇ ਪੰਥ ਦਾ ਹੁਕਮ ਪ੍ਰਵਾਨ ਕਰ ਲਿਆ ਅਤੇ ਤਤ ਖਾਲਸੇ ਨੂੰ ਕੌਮੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ। 1795 ਬਿਕਰਮੀ ਨੂੰ ਜ਼ਕਰੀਆ ਖਾਨ ਦੇ ਹੁਕਮ ਨਾਲ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਬੰਦ-ਬੰਦ ਕਰਕੇ ਲਾਹੌਰ ਵਿੱਚ ਹੋਈ। ਸਿੰਘਾਂ ਦੀਆਂ ਸ਼ਹਾਦਤਾਂ ਦਾ ਦੌਰ ਚੱਲਿਆ। ਛੋਟਾ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੋਇਆ। ਅਨੇਕ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਨਾਮ ਰਸੀਆਂ ਦੀ ਕੁਰਬਾਨੀ ਹੋਈ। ਅੰਤ 12 ਮਿਸਲਾਂ ਦੇ ਰੂਪ ਵਿੱਚ ਸਿੰਘਾਂ ਦੀ ਜਥੇਬੰਦੀ ਬਣੀ। ਪਰ ਪੰਥ ਖਾਲਸਾ ਮਜਲੂਮਾਂ, ਦੁਖੀਆਂ ਦੀ, ਗਰੀਬਾਂ ਦੀ ਰੱਖਿਆ ਕਰਦਾ ਰਿਹਾ। ਭਾਵੇਂ ਹਜ਼ਾਰਾਂ ਸਿੰਘ ਮਨੁੱਖਤਾ ਦੀ ਇਹ ਸੇਵਾ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਮੀਰ ਮੰਨੂ ਦੀ ਮੌਤ ਪਿੱਛੋਂ ਅਹਿਮਦ ਸ਼ਾਹ ਦਿੱਲੀ ਨੇ 3 ਸਾਲ ਦੇ ਬੱਚੇ ਮਹਿਮੂਦ ਨੂੰ ਦਿੱਲੀ ਦੇ ਤਖਤ ਤੇ ਬਿਠਾਇਆ। ਪਰ ਮੁਰਾਦ ਬੇਗਮ ਜੋ ਮੰਨੂ ਦੀ ਔਰਤ ਸੀ, ਉਸ ਨੇ ਸਾਜ਼ਿਸ਼ ਰਚ ਕੇ ਦਿੱਲੀ ਦਰਬਾਰ ਵਿੱਚ ਫੁੱਟ ਪਵਾ ਦਿੱਤੀ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਤੇ ਹਮਲਾ ਕਰਨ ਲਈ ਵੀ ਮੁਰਾਦ ਬੇਗਮ ਨੇ ਪੱਤਰ ਲਿਖ ਭੇਜਿਆ। ਅਬਦਾਲੀ ਨੇ 1 ਲੱਖ ਦੀ ਫੌਜ ਲੈ ਕੇ ਹਿੰਦੁਸਤਾਨ ਤੇ ਹਮਲਾ ਕੀਤਾ। ਔਰਤਾਂ ਦੀ ਬੇਪਤੀ ਹੋਈ। ਆਗਰਾ ਲੁੱਟਿਆ, ਮਥੁਰਾ ਬਿੰਦਰਾਬਨ ਵਿੱਚ ਕਤਲੇਆਮ ਹੋਈ, ਮੰਦਰ ਲੁੱਟੇ, ਸੋਨੇ ਚਾਂਦੀ ਦੀ ਲੁੱਟ ਕੀਤੀ, ਮੂਰਤੀਆਂ ਅਤੇ ਖੂਬਸੂਰਤ ਔਰਤਾਂ ਦੀ ਬੇਪਤੀ ਕੀਤੀ। ਕਾਮ ਵਾਸਨਾ ਵਿੱਚ ਅੰਨੇ ਹੋ ਕੇ ਭਾਰਤ ਦੀ ਅਣਖ ਅਤੇ ਗੈਰਤ ਨੂੰ ਪੈਰਾਂ ਵਿੱਚ ਰੋਲ ਦਿੱਤਾ। ਹਜ਼ਾਰਾਂ ਸੁੰਦਰ ਮੁਟਿਆਰਾਂ ਅਤੇ ਮਾਲ ਅਸਬਾਬ ਦੇ ਗੱਡੇ ਭਰ ਕੇ ਫੌਜ ਦਾ ਸੱਜੇ ਖੱਬੇ ਸਖਤ ਪਹਿਰਾ ਲਾ ਕੇ ਵਾਪਸ ਕਾਬਲ ਨੂੰ ਮੁੜ ਪਿਆ। ਇਸ ਖੂਨੀ ਖੇਡ ਦਾ ਜਦੋਂ ਖਾਲਸਾ ਪੰਥ ਨੂੰ ਪਤਾ ਲੱਗਾ, ਮਜਲੂਮਾਂ ਦੀ ਰੱਖਿਆ ਅਤੇ ਨੇਕ ਇਨਸਾਨਾਂ ਦੀ ਸੇਵਾ ਵਾਸਤੇ ਸਾਜਿਆ ਕਲਗੀਧਰ ਜੀ ਦਾ ਖਾਲਸਾ ਕਿਵੇਂ ਟਿਕ ਕੇ ਬਹਿ ਸਕਦਾ ਸੀ। ਇਹ ਜ਼ਬਰ ਜ਼ੁਲਮ ਨਾ ਚੱਲ ਸਕਿਆ। ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਬਚਨਾਂ ਨੂੰ ਯਾਦ ਕਰਦਿਆਂ ਸਿੰਘਾਂ ਦੇ ਸਭ ਜਥਿਆਂ ਦਾ ਗੁਪਤ ਗੁਰਮਤਾ ਹੋਇਆ। ਬਾਬਾ ਦੀਪ ਸਿੰਘ ਜੀ ਵੀ 500 ਦਾ ਜਥਾ ਲੈ ਕੇ ਥਾਨੇਸਰ ਦੇ ਜੰਗਲਾਂ ਵਿੱਚ ਪੁੱਜੇ, ਜਿੱਥੇ ਸਭ ਸਿੰਘ ਅਬਦਾਲੀ ਦੀ ਲੁੱਕ ਕੇ ਉਡੀਕ ਕਰ ਰਹੇ ਸਨ। ਹੰਕਾਰ ਨਾਲ ਮੱਤਿਆ, ਸ਼ਰਾਬ ਨਾਲ ਰੱਜਿਆ ਵਿਭਚਾਰੀ ਅਹਿਮਦ ਸ਼ਾਹ ਅਬਦਾਲੀ ਹਾਥੀ ਤੇ ਸਵਾਰ ਹੋ ਕੇ ਅੱਗੇ ਅੱਗੇ ਸ਼ਾਹੀ ਫੌਜ, ਦਰਮਿਆਨ ਵਿੱਚ ਲੁੱਟ ਦਾ ਮਾਲ, ਅਬਲਾਵਾਂ, ਦੇਵੀਆਂ, ਹਿੰਦੁਸਤਾਨ ਦੀ ਅਜ਼ਮਤ, ਸੱਜੇ ਖੱਬੇ ਸ਼ਰਾਬ ਵਿੱਚ ਮਸਤ ਹੋਈ ਫੌਜ, ਪਿੱਛੇ ਵੀ ਫੌਜ ਦਾ ਪਹਿਰਾ। ਇਹ ਲੁੱਟੂ ਟੋਲਾ ਰਾਤ ਸ਼ਾਹਬਾਦ ਮਾਰ ਕੰਡੇ ਅਤੇ ਪਿਪਲੀ ਦੇ ਵਿਚਕਾਰ ਡੇਰਾ ਲਾ ਕੇ ਸ਼ਰਾਬ ਦੇ ਨਸ਼ੇ ਵਿੱਚ ਮਖਮੂਰ ਖੁਦਾ ਦੀ ਖੁਦਾਈ ਨੂੰ ਵਿਸਾਰ ਕੇ ਜਮਾਂ ਦਾ ਰੂਪ ਧਾਰੀ ਬੈਠਾ ਸੀ। ਇਸੇ ਰਾਤ ਖਾਲਸੇ ਨੇ ਹੱਲਾ ਬੋਲਿਆ, ਮਾਲ ਧਨ ਲੁੱਟ ਲਿਆ। ਉਹ ਗੱਡੇ ਜਿਨ੍ਹਾਂ ਉੱਤੇ ਸਵਾਰ ਭਾਰਤ ਦੀਆਂ ਦੇਵੀਆਂ, ਜਿਨ੍ਹਾਂ ਨੂੰ ਜ਼ਾਲਮ ਵਿਸ਼ੇ ਵਿਕਾਰਾਂ ਦੀ ਪੂਰਤੀ ਲਈ ਜਬਰਨ ਆਪਣੇ ਦੇਸ਼ ਲੈ ਜਾ ਰਹੇ ਸਨ, ਉਹਨਾਂ ਦੇ ਮੂੰਹ ਜੰਗਲ ਵੱਲ ਕਰਕੇ ਤੋੜ ਲਏ। ਫੌਜ ਵਿੱਚ ਹਫੜਾ ਤਫੜੀ ਮਚੀ। ਇਸਤਰੀਆਂ ਦੇ, ਦੇਵੀਆਂ ਦੇ, ਅਬਲਾਵਾਂ ਦੇ ਹੱਥ ਪੈਰ ਖੋਲੇ। ਉਹਨਾਂ ਨੂੰ ਘਰੇ ਜੰਗਲਾਂ ਵਿੱਚ ਲਿਜਾ ਕੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ। ਸਭਨਾਂ ਦੇ ਪਿੰਡ ਪਤੇ ਪੁੱਛ ਕੇ ਵਾਪਸ ਸੁਰੱਖਿਅਤ ਉਹਨਾਂ ਦੇ ਘਰੀ ਪਹੁੰਚਾਇਆ। ਅਜਿਹਾ ਉੱਚਾ ਇਖਲਾਕ ਸੀ ਖਾਲਸੇ ਦਾ। ਪਰ ਬੇਟੀ ਕੋ ਬੇਟੀ ਜਾਣ ਹੈ, ਪਰ ਇਸਤਰੀ ਕੋ ਮਾਤ ਬਖਾਨਾ ਹੈ। ਆਪਣੀ ਇਸਤਰੀ ਸੋਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਇਹ ਪਾਵਨ ਉੱਚੇ ਦਰਜੇ ਦਾ ਇਖਲਾਕੀ ਹੁਕਮ ਸਿੰਘਾਂ ਦੀ ਨਜ਼ਰਾਂ ਵਿੱਚ ਹਮੇਸ਼ਾ ਸਾਹਮਣੇ ਟਿਕਿਆ ਰਹਿੰਦਾ ਸੀ। ਜ਼ਾਲਮਾਂ ਦੇ ਪੰਜਿਆਂ ਵਿੱਚੋਂ ਆਜ਼ਾਦ ਹੋਈਆਂ ਭਾਰਤੀ ਦੇਵੀਆਂ ਨੇ ਖਾਲਸੇ ਨੂੰ ਹਜ਼ਾਰਾਂ ਅਸੀਸਾਂ ਦਿੱਤੀਆਂ। ਖਾਲਸੇ ਦਾ ਪਹਿਲਾ ਕਰਤੱਵ ਹੈ ਗਊ, ਗਰੀਬ ਅਤੇ ਅਬਲਾ ਦੀ ਰੱਖਿਆ। ਸੋ ਉਸ ਸਮੇਂ ਪੰਥ ਇਹ ਜ਼ਿੰਮੇਵਾਰੀ ਸੁਚੱਜੇ ਜਥੇਦਾਰ ਬਾਬਾ ਦੀਪ ਸਿੰਘ ਜੀ ਅਤੇ ਜੱਸਾ ਸਿੰਘ ਆਹਲੂਵਾਲੀਏ ਆਦਿ ਦੀ ਆਗਿਆ ਵਿੱਚ ਰਹਿ ਕੇ ਨਿਭਾ ਰਿਹਾ ਸੀ। ਖਾਲਸੇ ਤੋਂ ਕਿਸੇ ਧੀ ਭੈਣ ਨੂੰ ਆਪਣੀ ਇੱਜ਼ਤ ਦਾ ਖਤਰਾ ਨਹੀਂ ਸੀ। ਹਰ ਇੱਕ ਕੌਮ ਖਾਲਸੇ ਦਾ ਸਤਿਕਾਰ ਕਰਦੀ ਸੀ। ਦੁਸ਼ਮਣ ਵੀ ਖਾਲਸੇ ਦੇ ਇਸ
ਅਸਚਰਜ ਨੂੰ ਵੇਖ ਕੇ, ਜਦ ਸਤ ਵਿੱਚ ਪਰਪੱਕਤਾ ਨੂੰ ਵੇਖ ਕੇ, ਇਖਲਾਕ ਨੂੰ ਵੇਖ ਕੇ ਦੰਗ ਸੀ। ਸਭ ਨੂੰ ਖਾਲਸੇ ਨੇ ਘਰੋਂ ਘਰੀ ਪਹੁੰਚਾਇਆ। ਮਾਪਿਆਂ ਦੇ ਕਲੇਜੇ ਠੰਡ ਪਈ, ਉਹਨਾਂ ਵੀ ਖਾਲਸੇ ਨੂੰ ਅਸੀਸਾਂ ਦਿੱਤੀਆਂ। ਜਦੋਂ ਦਿਨ ਚੜ੍ਹੇ, ਅਬਦਾਲੀ ਨੂੰ ਸੁਰਤ ਆਈ, ਆਪਣੀ ਫੌਜ ਦਾ ਨੁਕਸਾਨ ਵੇਖਿਆ, ਸ਼ਹੀਦ ਹੋਏ ਸਿੰਘਾਂ ਦੇ ਪ੍ਰਤੱਖ ਸਰੂਪ ਤੱਕੇ, ਤਦ ਅਸਚਰਜ ਰਹਿ ਗਿਆ। ਜਿੱਥੇ ਅਗਲਾ ਟਿਕਾਣਾ ਅਬਦਾਲੀ ਨੇ ਕੀਤਾ, ਉੱਥੇ ਖਾਲਸੇ ਨੇ ਫੇਰ ਹੱਲਾ ਬੋਲ ਦਿੱਤਾ। ਬਚਿਆ ਖੁਚਿਆ ਰਹਿੰਦਾ ਸਮਾਨ ਖੋਹ ਲਿਆਂਦਾ। ਬਹੁਤ ਸਾਰੀ ਅਬਦਾਲੀ ਦੀ ਫੌਜ ਮਾਰੀ ਗਈ। ਇਸ ਤਰ੍ਹਾਂ ਖਾਲਸਾ ਦਲ ਨੇ ਅਟਾਰੀ ਤੱਕ ਅਬਦਾਲੀ ਦਾ ਪਿੱਛਾ ਕੀਤਾ। ਇਸ ਜਿੱਤ ਦੀ ਖੁਸ਼ੀ ਵਿੱਚ ਕਾਫੀ ਭਾਰੇ ਦੀਵਾਨ ਸਜੇ। ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਪੁੱਜ ਕੇ ਸਤਿਗੁਰੂ ਜੀ ਦਾ ਧੰਨਵਾਦ ਕੀਤਾ। ਲਾਹੌਰ ਪੁੱਜ ਕੇ ਖਾਲਸੇ ਬਾਬਤ ਅਬਦਾਲੀ ਨੇ ਪੁੱਛਿਆ ਤਾਂ ਇੱਕ ਸ਼ਰਈ ਮੁਤਸਬੀ ਕਾਜ਼ੀ ਨੇ ਦੱਸਿਆ ਕਿ ਜਹਾਂ ਪਨਾਹ ਇਹ ਸਿੱਖ ਕੌਮ ਹੈ, ਜਿਹੜੀ ਤੁਹਾਨੂੰ ਆਫਤ ਬਣ ਕੇ ਟੱਕਰੀ ਹੈ ਨਾ, ਇਹ ਕੌਮ ਸਿੱਖ ਕੌਮ है। इसके पीर कामल मुर्शिद गुरु गोविंद सिंह है। उसने इस कौम को एक आबे हयात पिलाकर लड़ना मरना सिखाया और मरकर फिर जिंदा होने की ताकत इनमें है। इनों का धार्मिक केंद्र अमृतसर है और ये अमृत पीकर दोबारा जिंदा हो जाते हैं। उनमें बहुत शक्ति है। रात में ही सैकड़े मील सफर कर लेते हैं। घोड़ों की काठी पर उनका घर है। साग पत्ता खाकर गुजारा करते हैं। इनको खत्म करना बहुत मुश्किल काम है। काजी दे इन्हां लफ्जां दा निचोड़ भैरों है। इनको आबे हयात दयों है। गजब असर तिसका हम देखा, बुजदिल होवित सिंह बसेखा। हाड़ ना दिन भर पीवै पानी, सियाल ना रखै अगन निशानी। बैठत सोवै चलते खावै, ग्राम किसी में टिकण ना पावै। उपरोक्त गल्लां सुन के अबदाली ने अपने पुत्र तमूर नूं हुक्म दिता कि ऐसी खतरनाक कौम नूं खत्म करो। इन्हां दे धार्मिक मरकज धार्मिक केंद्र तबाह कर दिओ। आबे हयात जिथों ये शक्ति लैके लड़न दी मरण की ताकत हासिल करते हैं, उस तलाब नूं मिट्टी भर के नष्ट कर दिओ और जाओ जंगलों में घुम घुम के इस जथेबंदी नूं खत्म करो, बर्बाद करो। हुक्म दे के अबदाली आप तां काबल बल टुर पिया। पिछों तैमूर ने अपनी फौज मुड़ खालसे नूं खत्म करने वास्ते गश्ती रूप में हर एक पिंड की जंगल जूह में भेजनी शुरू कर दी। तैमूर का फौजी जरनैल जहान खां 30,000 फौज लैके अमृतसर पुजा। अमृतसर का सरोवर पूर दिता गया। हरमंदर साहब की पवित्रता नूं भंग करके मनमानियां करन लगा। भाई भाग सिंह ने दमदमे पुज के जहान खां वालों सरोवर पूर देण ਅਤੇ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਸਾਰਾ ਹਾਲ ਬਾਬਾ ਦੀਪ ਸਿੰਘ ਜੀ ਨੂੰ ਜਾ ਸੁਣਾਇਆ। ਇਸ ਸਮੇਂ ਬਾਬਾ ਜੀ ਗੁਰਬਾਣੀ ਲਿਖਣ ਦਾ ਕਾਰਜ ਕਰ ਰਹੇ ਸਨ। ਉਹਨਾਂ ਕਲਮ ਉੱਥੇ ਹੀ ਰੱਖ ਦਿੱਤੀ। ਦੁਸ਼ਟਾਂ ਨੂੰ ਸੋਧਣ ਲਈ ਕਮਰ ਕੱਸਾ ਕਰ ਲਿਆ। ਸਭ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਨੇ ਸੂਚਨਾਵਾਂ ਭੇਜ ਦਿੱਤੀਆਂ। ਜਿੰਨੇ ਕੋ ਸਿੰਘ ਇਕੱਠੇ ਹੋਏ, ਉਹਨਾਂ ਨੂੰ ਜਹਾਨ ਖਾਂ ਦੀ ਕਾਲੀ ਕਰਤੂਤ ਦਾ ਹਾਲ ਬਾਬਾ ਜੀ ਨੇ ਆਪ ਦੱਸਿਆ ਤੇ ਆਖਿਆ ਕਿ ਹੁਣ ਵੇਲਾ ਹੈ ਸ਼ਹੀਦੀਆਂ ਦੇਣ ਦਾ। ਨਿੱਤਰੋ ਜੰਗੇ ਮੈਦਾਨ ਵਿੱਚ ਨਿੱਤਰੋ। ਤਰਨ ਸਾਹਿਬ ਸਿੰਘ ਇਕੱਤਰ ਹੋ ਗਏ। ਤਰਨ ਸਾਹਿਬ ਵਿਖੇ ਪੰਚਮ ਪਾਤਸ਼ਾਹ ਦੇ ਦਰਬਾਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਪ੍ਰਣ ਕੀਤਾ ਕਿ ਸੱਚੇ ਪਾਤਸ਼ਾਹ ਆਪ ਦੀ ਮਿਹਰ ਸਦਕੇ ਯੁੱਧ ਕਰਨ ਜਾ ਰਹੇ ਹਾਂ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪੁੱਜ ਕੇ ਸ਼ਹੀਦ ਹੋਈਏ। ਕਿਰਪਾ ਕਰਕੇ ਬਖਸ਼ਿਸ਼ਾਂ ਕਰੋ। ਇਹ ਰਹਿਮਤ ਕਰਕੇ ਦਾਨ ਪਾਓ ਝੋਲੀ। ਇਵੇਂ 10,000 ਖਾਲਸਾ ਫੌਜ ਤਰਨ ਸਾਹਿਬ ਤੋਂ ਟੁਰ ਪਈ। ਉਧਰ ਜਹਾਨ ਖਾਂ 40,000 ਫੌਜ ਸਮੇਤ ਗੋਲਵੜ ਦੇ ਥੇ ਤੇ ਮੋਰਚੇ ਮਲ ਕੇ ਬਹਿ ਗਏ। ਉਸ ਦੀ ਫੌਜ ਵਿੱਚ ਜ਼ਬਰਦਸਤ ਖਾਂ, ਰੁਸਤਮ ਖਾਂ, ਦੀਨਾ ਬੇਗ, ਜਹਾਨ ਖਾਨ ਆਦਿ ਸੈਨਾਪਤੀ, ਹਾਜੀ ਖਾਂ ਇਤਾਦਿਕ ਸਨ। 13-14,000 ਬਹਾਦਰ ਯੋਧੇ ਨਾਲ ਹੋਰ ਸਨ। ਬਾਬਾ ਦੀਪ ਸਿੰਘ ਜੀ ਨੇ ਤਰਨ ਸਾਹਿਬ ਤੋਂ ਬਾਹਰ ਆ ਕੇ ਲਕੀਰ ਕੱਢੀ ਕਿ ਜਿਨ੍ਹਾਂ ਨੂੰ ਜਾਨਾਂ ਤੇ ਖੇਡਣਾ ਪਿਆਰਾ ਹੈ, ਜਿਹੜੇ ਆਪਣੀ ਜਾਨ ਤਲੀ ਤੇ ਧਰ ਕੇ ਆਏ ਨੇ, ਪਿੱਛੇ ਕਿਸੇ ਵੀ ਕੀਮਤ ਤੇ ਨਹੀਂ ਮੁੜਨਾ ਔਰ ਸ਼ਹੀਦੀਆਂ ਪ੍ਰਾਪਤ ਕਰਨੀਆਂ ਹਨ, ਉਹ ਤਾਂ ਲਕੀਰ ਟੱਪ ਕੇ ਅੱਗੇ ਵੱਧ ਜਾਵੋ। ਜਿਹੜੇ ਮੌਤ ਤੋਂ ਡਰਦੇ ਨੇ, ਜਿਨ੍ਹਾਂ ਨੂੰ ਜਾਨ ਪਿਆਰੀ ਹੈ, ਉਹ ਪਿੱਛੇ ਹੁਣੇ ਹੀ ਮੁੜ ਜਾਓ। ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸਿੰਘ ਸਾਰੇ ਹੀ ਲਕੀਰ ਟੱਪ ਕੇ ਆ ਗਏ। ਇਹ ਘਟਨਾ 1814 ਬਿਕਰਮੀ ਦੀ ਦੱਸੀ ਜਾਂਦੀ ਹੈ। ਖਾਲਸਾ ਫੌਜ ਤੇ ਮੁਗਲ ਫੌਜ ਦੀ ਟੱਕਰ ਗੋਲਵੜ ਦੇ ਸਥਾਨ ਤੇ ਹੋਈ। ਬਾਬਾ ਜੀ ਦੇ ਨਾਲ ਬਾਬਾ ਨੌਬ ਸਿੰਘ, ਬਾਬਾ ਗੁਰਬਖਸ਼ ਸਿੰਘ, ਭਾਈ ਦਿਆਲ ਸਿੰਘ, ਭਾਈ ਬਲਵੰਤ ਸਿੰਘ, ਭਾਈ ਬਸੰਤ ਸਿੰਘ ਇਤਆਦਿ ਹੋਰ ਮਹਾਨ ਯੋਧੇ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਸਨ। ਯੁੱਧ ਆਰੰਭ ਹੋਇਆ। ਸਤਿ ਸ੍ਰੀ ਅਕਾਲ ਦੇ ਜਕਾਰਿਆਂ ਨਾਲ ਆਕਾਸ਼ ਗੂੰਜਿਆ। ਉਧਰ ਅਲੀ ਦੀਆਂ ਆਵਾਜ਼ਾਂ ਵੀ ਆਕਾਸ਼ ਵਿੱਚੋਂ ਆਈਆਂ। ਤੀਰ ਕਮਾਨ, ਢਾਲਾਂ, ਤਲਵਾਰਾਂ, ਵਰਸ਼ੀਆਂ ਦੇ ਚੱਲਣ ਨਾਲ ਮੈਦਾਨ ਅੰਦਰ ਕਟਵਟ ਆਰੰਭ ਹੋ ਗਈ। ਧਰਤੀ ਖੂਨ ਨਾਲ ਰੰਗੀ ਗਈ। ਲੋਥਾਂ ਤੇ ਲੋਥਾਂ ਚੜ ਗਈਆਂ। ਖਾਲਸਾ ਫੌਜ ਨੇ ਐਸਾ ਹੱਲਾ ਬੋਲਿਆ ਕਿ ਮੁਗਲ ਫੌਜਾਂ ਦੇ ਪੈਰ ਉਖੜਨੇ ਸ਼ੁਰੂ ਹੋ ਗਏ। ਪਰ ਜਹਾਨ ਖਾਨ ਨੇ ਲਲਕਾਰਾ ਮਾਰਿਆ ਅਤੇ ਅਲੀ ਕਰਦਾ ਅੱਗੇ ਵਧਿਆ। ਭਾਈ ਦਿਆਲ ਸਿੰਘ ਨੇ ਜ਼ੋਰ ਨਾਲ ਤੀਰ ਚਲਾਇਆ, ਜਿਹੜਾ ਜਹਾਨ ਖਾਨ ਦੀ ਛਾਤੀ ਵਿੱਚ ਵੱਜਾ। ਉਹਦਾ ਹਾਥੀ ਵੀ ਜ਼ਖਮੀ ਹੋ ਗਿਆ। ਹਾਥੀ ਪਿਛਾਂਹ ਨੂੰ ਭੱਜ ਪਿਆ। ਜਹਾਨ ਖਾਂ ਹਾਥੀ ਤੋਂ ਹੇਠਾਂ ਡਿੱਗ ਪਿਆ। ਮੁਗਲ ਸੈਨਾ ਵੱਲੋਂ ਗੋਲਵਾਲ ਅਸਥਾਨ ਤੇ ਬਣਾਏ ਮੋਰਚਿਆਂ ਤੇ ਭਾਈ ਦਿਆਲ ਸਿੰਘ ਨੇ ਕਬਜ਼ਾ ਕਰ ਲਿਆ। ਫਿਰ ਜ਼ਬਰਦਸਤ ਖਾਂ ਅੱਗੇ ਵਧਿਆ। ਉਹ ਦਿਆਲ ਸਿੰਘ ਨੂੰ ਘੇਰਾ ਪਾਉਣਾ ਚਾਹੁੰਦਾ ਸੀ, ਪਰ ਭਾਈ ਬਲਵੰਤ ਸਿੰਘ ਨੇ ਲਲਕਾਰਾ ਮਾਰਿਆ
ਉਸ ਨੂੰ ਅੱਗੇ ਹੋ ਕੇ ਘੇਰ ਲਿਆ ਅਤੇ ਉਂਗਲੀ ਤੇ ਘੁਮਾ ਕੇ ਅਜਿਹੀ ਸ਼ਕਤੀ ਨਾਲ ਚੱਕਰ ਛੱਡਿਆ ਕਿ ਜ਼ਬਰਦਸਤ ਕਾਂ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਫਿਰ ਰੁਸਤਮ ਖਾਂ ਵਧਿਆ। ਤਦ ਭਾਈ ਬਲਵੰਤ ਸਿੰਘ ਨੇ ਮਿਆਰ ਵਿੱਚੋਂ ਚੰਡੀ ਧੂਈ। ਦੋਵੇਂ ਸੂਰਮੇ ਮੈਦਾਨ ਵਿੱਚ ਜੂਝਣ ਲੱਗੇ। ਤਲਵਾਰ ਖੜਕੀ, ਦੋਹਾਂ ਦਾ ਸਾਂਝਾ ਵਾਰ ਹੋਇਆ ਤੇ ਦੋਵੇਂ ਸ਼ਹੀਦ ਹੋ ਗਏ। ਮੁਗਲ ਫੌਜ ਦੇ ਦਿਲ ਟੁੱਟ ਗਏ। ਸਿੰਘਾਂ ਨੇ 3 ਜਥੇ ਬਣਾ ਕੇ ਹਮਲਾ ਕਰ ਦਿੱਤਾ। ਤੀਰ, ਬਰਛੀਆਂ, ਬਰਛੇ, ਢਾਲਾਂ ਬਿਜਲੀਆਂ ਦੀ ਚਮਕ ਵਾਂਗੂ ਲਿਸ਼ਕਾਰੇ ਮਾਰਨ ਲੱਗੀਆਂ। ਰਣ ਵਿੱਚ ਕਟਾ ਵੱਡੀ ਹੋਈ। ਬਾਬਾ ਨੌਬ ਸਿੰਘ ਜੀ ਵੀ ਇੱਥੇ ਸ਼ਹਾਦਤ ਦਾ ਜਾਮ ਪੀ ਗਏ। ਬਾਬਾ ਦੀਪ ਸਿੰਘ ਜੀ ਦੇ ਹੱਥ ਵਿੱਚ 18 ਸ਼ੇਰ ਦਾ ਦੁਧਾਰਾ ਖੰਡਾ ਫੜਿਆ ਹੋਇਆ ਸੀ। ਜਮਾਲ ਖਾਂ ਅਤੇ ਅਮਾਨ ਖਾਂ ਆਪਣੇ ਸੈਨਿਕਾਂ ਨੂੰ ਬਹਿਸ਼ਤਾਂ ਵਿੱਚ ਪੂਰਾ ਮਿਲਣ ਦੇ ਲਾਰੇ ਲਾ ਕੇ ਜੰਗੀ ਮੈਦਾਨ ਵਿੱਚ ਜੂਝ ਮਰਨ ਲਈ ਲਲਕਾਰ ਰਿਹਾ ਸੀ। ਬਾਬਾ ਦੀਪ ਸਿੰਘ ਅਤੇ ਜਮਾਲ ਖਾਂ ਦੀ ਸਿੱਧੀ ਟੱਕਰ ਹੋਈ। ਸਾਂਝਾ ਵਾਰ ਹੋਇਆ। ਦੋਨਾਂ ਦੇ ਸਿਰ ਲੱਥ ਕੇ ਧਰਤੀ ਤੇ ਡਿੱਗ। ਕੋਲੋਂ ਇੱਕ ਸਿੰਘ ਨੇ ਬਾਬਾ ਜੀ ਨੂੰ ਆਖਿਆ ਕਿ ਬਾਬਾ ਜੀ, ਤੁਸਾਂ ਤਾਂ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਵਿੱਚ ਪੁੱਜ ਕੇ ਸ਼ਹੀਦ ਹੋਣ ਦਾ ਪ੍ਰਣ ਕੀਤਾ ਸੀ। ਅਜੇ ਸੁਦਾਸਰ 3 ਮੀਲ ਦੀ ਦੂਰੀ ਤੇ ਹੈ। ਗੁਰਸਿੱਖ ਦੇ ਵਚਨ ਸੁਣਦਿਆਂ ਸਾਰ ਧੜ ਅਤੇ ਸੀਸ ਵਿੱਚੋਂ ਸਤਿਗੁਰੂ ਜੀ ਦੀ ਮਿਹਰ ਨਾਲ ਵਾਹਿਗੁਰੂ ਸ਼ਬਦ ਦਾ ਉਚਾਰਨ ਹੋਇਆ। ਧੜ ਹਿੱਲਿਆ। ਖੰਡਾ ਤਾਂ ਪਹਿਲਾਂ ਹੀ ਹੱਥ ਵਿੱਚ ਸੀ। ਬਾਬਾ ਜੀ ਸਾਵਧਾਨ ਹੋ ਕੇ ਖੜੇ ਹੋ ਗਏ। ਸੀਸ ਖੱਬੇ ਹੱਥ ਦੀ ਤਲੀ ਤੇ ਧਰ ਕੇ ਸੱਜੇ ਹੱਥ ਨਾਲ ਅਜਿਹਾ ਖੰਡਾ ਵਾਹਿਆ ਤੇ ਕਣਕ ਦੇ ਸੱਥਰਾਂ ਵਾਂਗੂ ਵੈਰੀ ਦਲ ਦੀ ਵੱਢ ਕੇ ਢੇਰ ਲਾ ਦਿੱਤੇ। ਇਹ ਕਰਤੱਵ ਦੇਖ ਕੇ, ਇਹ ਕੌਤਕ ਵੇਖ ਕੇ ਉਹ ਜੰਗੇ ਮੈਦਾਨ ਛੱਡ ਕੇ ਭੱਜ ਗਏ। ਇਵੇਂ ਸੀਸ ਤਲੀ ਤੇ ਰੱਖ ਕੇ ਬਾਬਾ ਦੀਪ ਸਿੰਘ ਜੀ 3 ਮੀਲ ਤੱਕ ਲੜਦੇ ਗਏ। ਅੰਤ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਦੀ ਪਰਿਕਰਮਾ ਵਿੱਚ ਸੀਸ ਪਹੁੰਚਾ ਦਿੱਤਾ। ਗੁਰੂ ਸਾਹਿਬ ਜੀ ਨੇ ਇਹ ਅਲੌਕਿਕ ਖੇਡ ਵਰਤਾ ਕੇ ਬਾਬਾ ਦੀਪ ਸਿੰਘ ਜੀ ਦਾ ਪ੍ਰਣ ਪੂਰਾ ਕੀਤਾ। ਇਵੇਂ ਬਹਾਦਰ ਸੂਰਮੇ ਜਰਨੈਲ ਬਾਬਾ ਦੀਪ ਸਿੰਘ ਜੀ ਸੂਰਮਿਆਂ ਵਾਂਗ ਆਪਣੇ ਗੁਰਧਾਮ ਨੂੰ ਆਜ਼ਾਦ ਕਰਾਉਣ ਲਈ ਗੁਰੂ ਦੇ ਨਿਮਿਤ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਰੂਪ ਖਾਲਸਾ ਜੀਓ, ਸੀਸ ਧਰੀ ਤੇ ਧਰ ਕੇ ਲੜਨ ਦੀ ਖੇਡ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਬਖਸ਼ਿਸ਼ ਨਾਲ ਵਾਪਰੀ ਹੈ। ਅੱਜ ਦੀ ਸੰਸਾਰਕ ਸਿਆਣਪ, ਸੰਸਾਰਕ ਸੋਚ, ਵਿਦਿਆ ਵਿੱਚ ਗਲਤਾਨ ਬੁੱਧੀਜੀਵੀ ਇਹ ਸਮਝ ਨਹੀਂ ਸਕਦਾ। ਇਹ ਖੇਡ ਕੇਵਲ ਨਾਮ ਅਭਿਆਸੀ ਮਹਾਂਪੁਰਖ ਸੰਤ ਖਾਲਸਾ ਹੀ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਕੁਝ ਸਮਝ ਸਕਦਾ ਹੈ, ਜੋ ਸਾਰੀ ਦੁਨੀਆ ਦੇ ਇਤਿਹਾਸ ਵਿੱਚ ਇੱਕ ਅਕਹਿਰੀ ਮਿਸਾਲ ਹੈ। ਜਿਹੜੇ ਆਪਣੇ ਮਨ ਨੂੰ, ਆਪਣੀ ਰੂਹ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਬੈਠੇ ਨੇ, ਉਹ ਇਸ ਖੇਡ ਦਾ ਕਿਣਕਾ ਮਾਤਰ ਸਮਝ ਸਕਦੇ ਨੇ। ਜਿੱਥੇ ਬਾਬਾ ਜੀ ਦਾ ਸੀਸ ਪੁੱਜਾ, ਉਸ ਥਾਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਗੁਰਦੁਆਰਾ ਸ਼ਹੀਦ ਬੁੰਗਾ ਸਥਾਪਿਤ ਹੈ। ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਾ, ਇਹ ਅੰਮ੍ਰਿਤਸਰ ਸਾਹਿਬ ਤੋਂ ਤਰਨਤਾਰਨ ਸਾਹਿਬ ਨੂੰ ਜਾਣ ਵਾਲੀ ਸੜਕ ਤੇ ਗੁਰਦੁਆਰਾ ਸੰਗਰਾਣਾ ਸਾਹਿਬ ਦੇ ਸਾਹਮਣੇ ਸੱਜੇ ਪਾਸੇ ਇੱਕ ਫਰਲਾਂਗ ਦੀ ਵਿੱਥ ਤੇ ਹੈ, ਜਿੱਥੇ ਗੁਰਦੁਆਰਾ ਟਾਹਲਾ ਸਾਹਿਬ ਸੁਸ਼ੋਭਿਤ ਹੈ। ਬਾਬਾ ਜੀ ਦੇ ਸਰੀਰ ਦਾ ਸੰਸਕਾਰ ਰਾਮਗੜੀਆ ਮਿਸਲ ਦੇ ਸਰਦਾਰਾਂ ਦੀਆਂ ਸਮਾਧਾਂ ਵਿੱਚ ਕੀਤਾ ਗਿਆ, ਜਿੱਥੇ ਹੁਣ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ, ਜਿਸ ਨੂੰ ਸ਼ਹੀਦਾਂ ਦਾ ਸਥਾਨ ਕਹਿ ਕੇ ਵੀ ਸਤਿਕਾਰਿਆ ਜਾਂਦਾ ਹੈ ਔਰ ਜਿਸ ਦੀ ਸੇਵਾ ਸੰਤ ਬਾਬਾ ਭੂਰੀ ਵਾਲਿਆਂ ਨੇ ਕਰਵਾਈ, ਉਹ ਬਿਰਾਜਮਾਨ ਹੈ। ਸ਼ਹੀਦ ਸਦਾ ਸਚਾਈ ਦੇ ਮਾਰਗ ਤੇ ਤੁਰਦੇ ਨੇ, ਜਿਹੜੇ ਕੌਮ ਵਾਸਤੇ ਨਵਾਂ ਸੁਨੇਹਾ ਦਿੰਦੇ ਨੇ। ਮਨੁੱਖੀ ਜੀਵਨ ਖੁਦਗਰਜੀ ਵਿੱਚ ਫਸ ਕੇ ਐਸ਼ਪ੍ਰਸਤੀ ਵਿੱਚ ਨਹੀਂ, ਸਗੋਂ ਧਰਮ ਦੀ ਖਾਤਰ, ਗਊ ਗਰੀਬ ਦੀ ਰੱਖਿਆ ਦੀ ਖਾਤਰ ਸ਼ਹੀਦ ਹੋਣ ਵਾਸਤੇ ਮਿਲਿਆ ਹੈ। ਗੁਰਮੁਖ ਪਿਆਰਿਓ, ਧੰਨ ਹਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਸੀਸ ਤਲੀ ਤੇ ਧੱਕੇ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰਤਾ ਕਾਇਮ ਕੀਤੀ। ਸਾਡਾ ਫਰਜ਼ ਵੀ ਬਣਦਾ ਹੈ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਪੁਰਾਤਨ ਸਿੰਘਾਂ ਵਾਂਗੂ ਭਜਨ ਸਿਮਰਨ, ਸੇਵਾ ਅਤੇ ਨੇਕੀ ਦੇ ਮਾਰਗ ਤੇ ਟੁਰਦਿਆਂ ਕਰੀਏ। ਸਾਨੂੰ ਵੀ ਸਤਿਗੁਰੂ ਜੀ ਆਪਣੇ ਚਰਨਾਂ ਕਮਲਾਂ ਦਾ ਪਾਵਨ ਆਸਰਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।